My dear students and my dear friends, today our topic is 11th class chapter The Earth is Not Ours. This chapter is a speech delivered by Kofi Annan, the Secretary General of the UN. प्यारे बच्चों, कॉफ़ी अनान ਜਨਰਲ ਸੈਕਟਰੀ ਸਨ UN ਦੇ 2000 ਸਨ ਦੇ ਵਿੱਚ ਅਤੇ ਉਹਨਾਂ ਨੇ ਸੰਯੁਕਤ ਰਾਸ਼ਟਰ ਸੰਘ ਦੇ ਵਿੱਚ ਇੱਕ ਸਪੀਚ ਦਿੱਤੀ ਔਰ ਉਹਨਾਂ ਨੇ ਸਪੀਚ ਕਿਸ ਵਿਸ਼ੇ 'ਤੇ ਦਿੱਤੀ ਕਿ ਇਹ ਧਰਤੀ ਜਿਹੜੀ ਹੈ ਇਹ ਸਾਡੀ ਨਹੀਂ ਹੈ। ਇਹ ਧਰਤੀ ਜਿਹੜੀ ਹੈ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੈ, ਸਾਡੇ ਪੂਰਵਜਾਂ ਨੇ ਸਾਨੂੰ ਦਿੱਤੀ ਹੈ ਅਤੇ ਇੱਕ ਧਰੋਹਰ ਦੇ ਰੂਪ ਦੇ ਵਿੱਚ ਦਿੱਤੀ ਹੈ। ਸਾਨੂੰ ਇਸ ਰੂਪ 'ਚ ਦਿੱਤੀ ਹੈ ਕਿ ਇਸ ਧਰਤੀ ਨੂੰ ਇਨ ਬਿਨ ਜਿਹੜਾ ਹੈ ਅਸੀਂ ਅੱਗੇ ਜਿਹੜਾ ਹੈ ਲੈ ਕੇ ਜਾਣਾ ਹੈ ਔਰ ਆਪਣੇ ਬੱਚਿਆਂ ਨੂੰ ਇਹ ਸੌਂਪ ਦੇਣੀ ਹੈ ਇੱਕ ਚੰਗੀ ਹਾਲਤ ਦੇ ਵਿੱਚ, ਸੁਚੱਜੀ ਹਾਲਤ ਦੇ ਵਿੱਚ, ਜਿਸ ਤਰ੍ਹਾਂ ਕਿ ਸਾਨੂੰ ਆਪਣੇ ਪੂਰਵਜਾਂ ਤੋਂ ਮਿਲੀ ਹੈ। ਪਿਆਰੇ ਬੱਚਿਓ, ਕੋਫੀ ਅਨਾਨ ਦੇ ਬਾਰੇ 'ਚ ਮੈਂ 2-4 ਗੱਲਾਂ ਤੁਹਾਡੇ ਨਾਲ ਕਰਨਾ ਚਾਹਾਂਗਾ। ਨੀਗਰੋ ਸਨ, ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਏ, ਮਿਹਨਤ ਮਸ਼ੱਕਤ ਦੇ ਨਾਲ ਉਹਨਾਂ ਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਇਸ ਮੁਕਾਮ 'ਤੇ ਪਹੁੰਚੇ। ਸੈਕਟਰੀ ਜਨਰਲ ਆਫ UN ਵਿਸ਼ਵ ਦੇ ਸਭ ਨਾਲੋਂ ਵੱਡੀ ਸੰਸਥਾ ਹੈ ਜੋ ਮਾਨਵਤਾ ਲਈ ਕੰਮ ਕਰ ਰਹੀ ਹੈ, ਰਾਸ਼ਟਰਾਂ ਲਈ ਕੰਮ ਕਰ ਰਹੀ ਹੈ। ਪਿਆਰੇ ਬੱਚਿਓ, ਕੋਫੀ ਅਨਾਨ ਇੱਕ ਬਹੁਤ ਹੀ ਵੱਡੇ ਸਕਾਲਰ, ਦਾਰਸ਼ਨਿਕ ਅਤੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਵਿਅਕਤੀ ਸਨ। ਉਹਨਾਂ ਨੇ ਧਾਰਮਿਕ ਗ੍ਰੰਥਾਂ ਦੀ ਬਹੁਤ ਜ਼ਿਆਦਾ ਜਿਹੜੀ ਹੈ ਪੜਚੋਲ ਕੀਤੀ ਸੀ ਔਰ ਉਹਨਾਂ ਦਾ ਗਹਿਨ ਅਧਿਐਨ ਕੀਤਾ ਸੀ। ਉਹਨਾਂ ਦੀ ਇਸ ਸਪੀਚ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈ ਮਾਨਵਤਾ ਦੇ ਗੁਣ, ਧਰਮ ਦੇ ਗੁਣ, ਐਥਿਕਸ ਦੇ ਗੁਣ ਪਤਾ ਲੱਗਣਗੇ। ਪਿਆਰੇ ਬੱਚਿਓ, ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਧਰਤੀ ਜਿਹੜੀ ਹੈ ਇਹ ਸਾਡੀ ਨਹੀਂ ਹੈ, ਇਹ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੈ, ਸਾਡੇ ਪੂਰਵਜਾਂ ਨੇ ਸਾਨੂੰ ਸੌਂਪੀ ਹੈ ਔਰ ਇੱਕ ਖਜ਼ਾਨਾ ਸੌਂਪਿਆ ਹੈ ਕਿ ਜਿਹੜਾ ਕਿ ਅਸੀਂ ਅੱਗੇ ਸਪੁਰਦ ਕਰਨਾ ਹੈ ਆਪਣੀ ਆਉਣ ਵਾਲੀ ਪੀੜ੍ਹੀ ਦੇ ਔਰ ਉਸੇ ਢੰਗ ਨਾਲ ਇਸ ਨੂੰ ਸਪੁਰਦ ਕਰਨਾ ਉਹਨਾਂ ਦੇ ਹੱਥਾਂ ਵਿੱਚ ਜਿਸ ਤਰੀਕੇ ਨਾਲ ਸੁਚੱਜੇ ਔਰ ਚੰਗੇ ਢੰਗ ਦੀ ਜਿਹੜੀ ਹੈ ਧਰਤ ਸਾਨੂੰ ਮਿਲੀ ਹੈ। ਪਿਆਰੇ ਬੱਚਿਓ, ਤੁਹਾਨੂੰ ਪਤਾ ਹੋਏਗਾ ਕਿ ਸਾਡੇ ਆਪਣੇ ਧਰਮ ਦੇ ਵਿੱਚ ਵੀ ਧਰਤੀ ਨੂੰ ਅਸੀਂ ਮਾਤਾ ਕਹਿ ਕੇ ਪੂਜਦੇ ਹਾਂ। ਧਰਤੀ 'ਤੇ ਕਿੰਨੇ ਹੀ ਮੰਤਰ ਹਨ। ਹਾਂਜੀ, ਸਾਡੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਧਰਤ ਮਾਤਾ, ਠੀਕ ਹੈ। ਅਤੇ ਇਸੇ ਤਰ੍ਹਾਂ ਦੇ ਵਿਚਾਰਾਂ ਦੀ ਜਿਹੜੀ ਹੈ ਤੇ ਪਹਿਰਾ ਦੇ ਰਹੇ ਹਨ ਕੋਫੀ ਅਨਾਨ। ਉਹਨਾਂ ਨੇ ਗੱਲ ਦੀ ਸ਼ੁਰੂਆਤ ਕੀਤੀ ਹੈ ਗਲੋਬਲਾਈਜੇਸ਼ਨ ਤੋਂ। ਗਲੋਬਲਾਈਜੇਸ਼ਨ ਦਾ ਮਤਲਬ ਹੈ ਬੱਚਿਓ ਕਿ ਇਸ ਧਰਤੀ ਦਾ ਜਿਹੜਾ ਹੈ ਇਸ ਪੂਰੇ ਦੇ ਪੂਰੇ ਵਿਸ਼ਵ ਦਾ ਇੱਕ ਵਿਸ਼ਵੀਕਰਨ ਹੋਣਾ, ਕਿ ਅਸੀਂ ਇਹ ਸੋਚੀਏ ਕਿ ਅਸੀਂ ਸਾਰੇ ਵਿਸ਼ਵ ਦੇ ਲੋਕ ਜਿਹੜੇ ਹਾਂ ਅਸੀਂ ਇੱਕ ਹਾਂ, ਇੱਕ ਪਰਿਵਾਰ ਵਾਂਗ ਹਾਂ। ਜਿਸ ਤਰ੍ਹਾਂ ਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ, ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ। ਮਾਨਸ ਦੀ ਜਾਤ ਜਿਹੜੀ ਹੈ ਇੱਕੋ ਹੈ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਸਾਰਿਆਂ ਨਾਲ ਪ੍ਰੇਮ। ਅਤੇ ਇਸੇ ਤਰੀਕੇ ਨਾਲ ਕਿਹਾ ਵੀ ਗਿਆ ਹੈ ਵਸੁਦੈਵ ਕੁਟੁੰਬਕਮ, ਕਿ ਸਾਰਾ ਵਿਸ਼ਵ ਜਿਹੜਾ ਹੈ ਉਹ ਇੱਕ ਪਰਿਵਾਰ ਵਾਂਗ ਹੈ। ਔਰ ਬੱਚਿਓ, ਗਲੋਬਲਾਈਜੇਸ਼ਨ ਦਾ ਵੀ ਮਤਲਬ ਇਹੀ ਹੈ ਕਿ ਅਸੀਂ ਇੱਕ ਪਰਿਵਾਰ ਵਾਂਗ ਰਹੀਏ। ਸਾਡੇ ਜਿੱਥੇ ਕੋਈ ਥੋੜ੍ਹ ਹੈ, ਕਿਸੇ ਚੀਜ਼ ਦੀ ਕਮੀ ਹੈ, ਦੂਜੇ ਮੁਲਕ ਤੋਂ ਉਹ ਚੀਜ਼ ਉੱਥੇ ਤੱਕ ਪਹੁੰਚ ਜਾਏ, ਤਜਾਰਤ ਹੋਏ, ਵਪਾਰ ਹੋਏ, ਆਪਸੀ ਵਿਚਾਰਧਾਰਾ ਦਾ ਜਿਹੜਾ ਹੈ ਵਿਚਾਰਾਂ ਦੀ ਸਾਂਝ ਬਣੇ, ਇੱਕ ਪੈਡਸਟਲ 'ਤੇ ਆ ਕੇ ਗੱਲਬਾਤ ਕਰਕੇ, ਚਿੰਤਨ ਕਰਕੇ, ਮੰਥਨ ਕਰਕੇ ਵਿਚਾਰਾਂ ਦਾ ਅਸੀਂ ਇੱਕ ਮਿਕ ਹੋ ਜਾਈਏ। ਇਸੇ ਨੂੰ ਹੀ ਆਪਾਂ ਗਲੋਬਲਾਈਜੇਸ਼ਨ ਕਹਿ ਸਕਦੇ ਹਾਂ। ਪਿਆਰੇ ਬੱਚਿਓ, ਲੇਖਕ ਨੇ ਕਿਹਾ ਹੈ ਕਿ ਜਿੱਥੇ ਗਲੋਬਲਾਈਜੇਸ਼ਨ ਦੇ, ਜਿੱਥੇ ਵਿਸ਼ਵੀਕਰਨ ਦੇ ਬਹੁਤ ਸਾਰੇ
ਫਾਇਦੇ ਹਨ, ਇਸ ਦੇ ਕੁਝ ਨੁਕਸਾਨ ਵੀ ਨੇ। ਕੀ ਨੁਕਸਾਨ ਉਹਨਾਂ ਨੇ ਦੱਸੇ ਨੇ? ਉਹਨਾਂ ਨੇ ਦੱਸਿਆ ਹੈ ਕਿ ਗਲੋਬਲਾਈਜੇਸ਼ਨ ਦੇ ਨਾਲ ਜਿਹੜਾ ਹੈ ਟੈਰਰਿਜ਼ਮ ਵਧੇਗਾ, ਇਸ ਦੇ ਨਾਲ ਨਾਰਕੋਟਿਕਸ ਟ੍ਰੈਫਿਕਿੰਗ ਵਧੇਗੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਸ਼ੀਲੇ ਪਦਾਰਥ ਆਉਣਗੇ ਜਾਣਗੇ, ਅਤੇ ਹੋਰ ਇਸ ਤਰ੍ਹਾਂ ਜੁਰਮ 'ਤੇ ਜਿਹੜੇ ਨੇ ਕ੍ਰਿਮੀਨਲ ਮੈਂਟੈਲਿਟੀ ਦੇ ਲੋਕ ਜਿਹੜੇ ਨੇ ਉਹ ਜ਼ਿਆਦਾ ਹਾਵੀ ਹੋਣਗੇ। ਅੱਛਾ, ਬਿਮਾਰੀਆਂ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਹੈ, ਠੀਕ ਹੈ, ਅਤੇ ਨਾਲ ਹੀ ਉਹਨਾਂ ਨੇ ਕਿਹਾ ਜਿਹੜੇ ਵੈਪਨਸ ਨੇ, ਹਥਿਆਰ ਨੇ, ਉਹਨਾਂ ਦੀ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਤਜਾਰਤ ਹੋਣੀ ਸ਼ੁਰੂ ਹੋ ਜਾਏਗੀ। ਅਤੇ ਲੇਕਿਨ ਇਹ ਤਾਂ ਕੁਝ ਉਹਨਾਂ ਨੇ ਗਲੋਬਲਾਈਜੇਸ਼ਨ, ਵਿਸ਼ਵੀਕਰਨ ਦੇ ਨੁਕਸਾਨ ਦੱਸੇ ਨੇ, ਜਿਨ੍ਹਾਂ ਨੂੰ ਅਸੀਂ ਆਪਣੇ ਵਿਵੇਕ ਦੇ ਨਾਲ, ਆਪਣੇ ਦਿਮਾਗ ਦੇ ਨਾਲ, ਆਪਣੀ ਸੁਚੱਜੀ ਸੋਚਣੀ ਦੇ ਨਾਲ ਨੱਥ ਪਾ ਸਕਦੇ ਹਾਂ। ਲੇਕਿਨ ਪਿਆਰੇ ਬੱਚਿਓ, ਵਿਸ਼ਵੀਕਰਨ ਦੇ ਬਹੁਤ ਲਾਭ ਨੇ। ਹਰੇਕ ਨੂੰ ਉੱਚੇ ਪੱਧਰ ਦਾ ਜਿਹੜਾ ਹੈ ਮੌਕੇ ਮਿਲਣਗੇ, ਤਰੱਕੀ ਦੇ ਜਿਹੜੇ ਨੇ ਨਵੇਂ ਸਾਧਨ ਵਿਕਸਿਤ ਹੋਣਗੇ, ਲੋਕ ਜਿਹੜੇ ਨੇ ਉਹ ਪ੍ਰੋਗਰੈਸਿਵ ਹੋਣਗੇ, ਅੱਗੇ ਵਧਣਗੇ, ਰਾਸ਼ਟਰਾਂ ਦੇ ਵਿਚਕਾਰ ਬਿਹਤਰ ਸਮਝ ਜਿਹੜੀ ਹੈ ਉਹ ਪੈਦਾ ਹੋਵੇਗੀ। ਪਿਆਰੇ ਬੱਚਿਓ, ਜਿਹੜੇ ਕੋਫੀ ਅਨਾਨ ਨੇ ਉਹ ਅੱਜ ਦੀ ਜਿਹੜੀ ਸੂਰਤ ਹਾਲ ਹੈ ਉਸ ਤੋਂ ਖੁਸ਼ ਨਹੀਂ ਨੇ। ਉਹ ਕਹਿੰਦੇ ਨੇ ਕਿ ਸਾਡੇ ਇੱਥੇ ਆ ਮੌਕਿਆਂ ਦਾ ਸਮਾਨ ਰੂਪ ਵਿੱਚ ਵੰਡ ਨਹੀਂ ਹੋਈ। ਅੱਜ ਵੀ ਜਿਹੜੇ ਆ ਅੱਧੀ ਆਬਾਦੀ ਨਾਲੋਂ ਵੱਧ ਲੋਕ ਜਿਹੜੇ ਨੇ ਉਹ ਭੁੱਖੇ ਸੌਂਦੇ ਨੇ, ਉਹਨਾਂ ਦੇ ਕੋਲ ਵਸੀਲੇ ਨਹੀਂ ਨੇ। ਇੱਕ ਪਾਸੇ ਜਿੱਥੇ ਇੱਕ ਬੰਦਾ ਜਿਹੜਾ ਹੈ ਉਹ ਕੰਪਿਊਟਰ ਦੇ ਇਸਤੇਮਾਲ ਅਤੇ ਨਵੇਂ ਗੈਜਟਸ ਅਤੇ ਟੈਲੀਫੋਨ ਦੇ ਇਸਤੇਮਾਲ ਦੀ ਗੱਲ ਕਰਦਾ ਹੈ, ਅਤੇ ਦੂਜੇ ਪਾਸੇ ਜਿਹੜਾ ਹੈ ਇੱਕ ਬੰਦੇ ਦੇ ਕੋਲ ਜਿਹੜਾ ਹੈ 2 ਟਾਈਮ ਦੀ ਰੋਟੀ ਨਹੀਂ ਹੈ। ਉਸ ਦੇ ਕੋਲ ਟੈਲੀਫੋਨ 'ਤੇ ਉਸਨੇ ਕਦੇ ਗੱਲਬਾਤ ਨਹੀਂ ਕੀਤੀ ਹੈ। ਮਤਲਬ ਕਿ ਤਰੱਕੀ ਦੇ ਜਾਂ ਜਿਹੜੀਆਂ ਅਪੋਰਚੁਨਿਟੀਜ਼ ਨੇ ਬਹੁਤ ਵੱਡੇ ਵਿਸ਼ਾਲ ਵਿਸ਼ਵ ਦੀ ਆਬਾਦੀ ਤੱਕ ਨਹੀਂ ਪਹੁੰਚੀਆਂ ਹਨ। ਵਿਸ਼ਵੀਕਰਨ ਦਾ ਅਰਥ ਉਹ ਕਹਿੰਦੇ ਨੇ ਕਿ ਇਹ ਸਿਰਫ ਵੱਡੀਆਂ ਮੰਡੀਆਂ ਦੀ ਤਲਾਸ਼ ਨਹੀਂ ਹੈ, ਬਲਕਿ ਇਹ ਜਿਹੜਾ ਹੈ ਇਸ ਨਾਲੋਂ ਕਿਤੇ ਉੱਪਰ ਹੈ। ਅਤੇ ਉਹਨਾਂ ਨੇ ਦੱਸਿਆ ਹੈ ਕਿ ਇਹ ਇਸ ਨਾਲੋਂ ਉੱਪਰ ਕੀ ਹੈ ਕਿ ਮਾਨਵਤਾ ਦੀ ਭਲਾਈ ਦੇ ਵਾਸਤੇ ਹੈ, ਮਾਨਵਤਾ ਨੂੰ ਨਵੇਂ ਮੌਕੇ ਦੇਣ ਦੇ ਲਈ ਹੈ। ਫਿਰ ਉਹਨਾਂ ਨੇ ਕਿਹਾ ਹੈ ਕਿ ਗਲੋਬਲਾਈਜੇਸ਼ਨ ਜਿਹੜਾ ਹੈ ਸਾਨੂੰ ਆਜ਼ਾਦੀ ਬਾਰੇ ਦੱਸਦਾ ਹੈ। ਇਹ ਸਾਨੂੰ ਇਸ ਸਮੱਸਿਆ ਦੇ ਬਾਰੇ ਵਿੱਚ ਜਿਹੜਾ ਹੈ ਚਾਨਣਾ ਪਾਉਂਦਾ ਹੈ ਕਿ ਜਦੋਂ ਤੱਕ ਅਸੀਂ ਕੁਝ ਆਜ਼ਾਦੀਆਂ ਹਾਸਲ ਨਹੀਂ ਕਰ ਲੈਂਦੇ ਉਦੋਂ ਤੱਕ ਇਸ ਦਾ ਕੋਈ ਅਰਥ ਨਹੀਂ ਹੈ। ਅਤੇ ਉਹ ਆਜ਼ਾਦੀ ਕਿਹੜੀ ਕਹੀ ਹੈ ਕਿ ਫਰੀਡਮ ਫਰੋਮ ਵਾਂਟ, ਫਰੀਡਮ ਫਰੋਮ ਫੀਅਰ। ਔਰ ਤੀਸਰੀ ਜਿਹੜੀ ਨਵੇਂ ਤਰੀਕੇ ਦੀ ਆਜ਼ਾਦੀ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਉਹ ਹੈ ਫਰੀਡਮ ਆਫ ਫਿਊਚਰ ਜਨਰੇਸ਼ਨ ਟੂ ਸਸਟੇਨ ਦੇਅਰ ਲਾਈਵਸ ਔਨ ਦਿਸ ਪਲੈਨਟ। ਕੀ ਮਤਲਬ ਬੱਚਿਓ ਕਿ ਜਿਸ ਤਰ੍ਹਾਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਅੱਧੀ ਨਾਲੋਂ ਵੱਧ ਆਬਾਦੀ ਜਿਹੜੀ ਹੈ ਉਹ ਭੁੱਖਮਰੀ ਦੀ ਸ਼ਿਕਾਰ ਹੈ, ਬਹੁਤ ਗਰੀਬੀ ਦੇ ਵਿੱਚ ਰਹਿ ਰਹੀ ਹੈ, ਅਤੇ ਥੁੜ ਤੋਂ ਮੁਕਤੀ ਕਹੀ ਹੈ ਉਹਨਾਂ ਨੇ। ਆਜ਼ਾਦੀ ਕਿਸ ਚੀਜ਼ ਦੀ? ਥੁੜ ਤੋਂ, ਗਰੀਬੀ ਤੋਂ। ਦੂਸਰੀ ਉਹਨਾਂ ਨੇ ਕਹੀ ਹੈ ਫਰੀਡਮ ਫਰੋਮ ਫੀਅਰ, ਭੈ ਤੋਂ ਮੁਕਤੀ। ਅਤੇ ਤੀਸਰੀ ਉਹਨਾਂ ਨੇ ਦੱਸੀ ਹੈ ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਹੈ ਟੌਪਿਕ ਦਾ, ਕਿ ਅਗਲੀ ਪੀੜ੍ਹੀ ਨੂੰ ਅਸੀਂ ਇਸ ਗ੍ਰਹਿ ਨੂੰ ਇਸ ਢੰਗ ਨਾਲ ਉਹਨਾਂ ਨੂੰ ਸਪੁਰਦ ਕਰੀਏ ਕਿ ਜਿੱਥੇ ਉਹਨਾਂ ਦਾ ਜੀਵਨ ਜਿਹੜਾ ਹੈ ਬਹੁਤ ਸੁਰੱਖਿਅਤ ਹੋਵੇ ਔਰ ਉਹ ਆਪਣਾ ਜੀਵਨ ਚੰਗੇ ਢੰਗ ਨਾਲ ਬਣਾਏ ਰੱਖਣ। ਇਸ ਚੀਜ਼ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ ਅਗਲੀ ਪੀੜ੍ਹੀ ਨੂੰ ਕਿ ਸਾਨੂੰ ਗ੍ਰਹਿ ਜਿਹੜਾ ਹੈ, ਇਹ ਧਰਤੀ ਜਿਹੜੀ ਹੈ, ਇੱਥੋਂ ਦੀ ਆਬ ਹਵਾ ਜਿਹੜੀ ਹੈ ਇਹ ਬਹੁਤ ਹੀ ਅੱਛੀ ਮਿਲੀ ਹੈ। ਥੁੜ ਤੋਂ ਮੁਕਤੀ ਜਿਹੜੀ ਹੈ ਉਹ ਅਸੀਂ ਜਿਹੜਾ ਹੈ ਮਿਹਨਤ ਦੇ ਨਾਲ ਆਪੋ ਵਿੱਚ ਸੰਘਰਸ਼ ਕਰਕੇ ਕਰ ਸਕਦੇ। ਕੋਫੀ ਅਨਾਨ ਜਿਹੜੇ ਨੇ ਉਹਨਾਂ ਲੋਕਾਂ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਨੂੰ ਕਿ ਭੌਤਿਕ ਜਿਹੜੀਆਂ ਨੇ ਸਹੂਲਤਾਂ ਨਹੀਂ ਨੇ, ਸਫਾਈ ਦੀ ਸਹੂਲਤ ਨਹੀਂ ਹੈ ਉਹਨਾਂ ਦੇ ਕੋਲ, ਚੰਗਾ ਪਾਣੀ ਦੀ ਸਹੂਲਤ ਨਹੀਂ ਹੈ ਉਹਨਾਂ ਦੇ ਕੋਲ, ਅਤੇ ਦੂਜੇ ਪਾਸੇ ਅਜਿਹੇ ਲੋਕ ਹਨ
ਜਿਹੜੇ ਕਿ ਅਤੀ ਆਧੁਨਿਕ ਕੰਪਿਊਟਰਾਂ ਦੇ ਵਿੱਚ ਮਾਹਿਰ ਹੋਣ ਦੀ ਗੱਲ ਕਰਦੇ ਨੇ। ਸ਼ੇਅਰ ਬਾਜ਼ਾਰ ਅੱਜ ਡਿੱਗੇਗਾ, ਅੱਜ ਉੱਪਰ ਉੱਠੇਗਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਠੀਕ ਹੈ ਜੀ। ਸਾਡੇ ਕੋਲ ਬਹੁਤ ਸਾਰੇ ਬੱਚੇ ਅਜਿਹੇ ਹਨ, ਕਹਿੰਦੇ ਨੇ ਕਿ ਜਿਨ੍ਹਾਂ ਦੇ ਕੋਲ ਕਿ 2 ਟਾਈਮ ਦੀ ਰੋਟੀ ਨਹੀਂ ਹੈ ਅਤੇ ਉਹ ਜਿਹੜੇ ਨੇ ਰੋਟੀ ਦੀ ਤਲਾਸ਼ ਦੇ ਵਿੱਚ ਜਿਹੜੇ ਨੇ ਕੰਮ 'ਤੇ ਨਿਕਲ ਜਾਂਦੇ ਨੇ, ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ। ਇਸ ਤੋਂ ਇਲਾਵਾ ਕੋਫੀ ਅਨਾਨ ਨੇ ਵਿਸ਼ਵ ਦੇ ਵਿੱਚ ਯੁੱਧ ਦਾ ਜਿਹੜਾ ਹੈ ਖਤਰਾ, ਯੁੱਧ ਦੇ ਡਰ ਤੋਂ ਮੁਕਤੀ ਦੇ ਬਾਰੇ ਵੀ ਗੱਲ ਕੀਤੀ ਹੈ। ਪਿਆਰੇ ਬੱਚਿਓ, ਕਿਸੇ ਨੇ ਬਹੁਤ ਵਧੀਆ ਕਿਹਾ ਹੈ ਕਿ ਅਸੀਂ ਕਦੇ ਸ਼ਾਂਤੀ ਦਾ ਸਮਾਂ ਨਹੀਂ ਦੇਖਦੇ। 2 ਹੀ ਸਮੇਂ ਹੁੰਦੇ ਹਨ, ਜਾਂ ਤਾਂ ਅਸੀਂ ਯੁੱਧ ਕਰਦੇ ਹਾਂ ਜਾਂ ਯੁੱਧ ਦੀ ਤਿਆਰੀ ਕਰਦੇ ਹਾਂ। ਕੋਫੀ ਅਨਾਨ ਜੀ ਨੇ ਵੀ ਸ਼ਾਇਦ ਅਜਿਹੀ ਹੀ ਸ਼ੰਕਾ ਜ਼ਾਹਰ ਕੀਤੀ ਹੈ। ਅੱਜ ਕੱਲ੍ਹ ਤਾਂ ਯੁੱਧਾਂ ਦਾ ਜਿਹੜਾ ਹੈ ਰੂਪ ਹੀ ਬਦਲ ਗਿਆ ਹੈ। ਬੱਚਿਓ, ਤੁਹਾਨੂੰ ਪਤਾ ਹੋਏਗਾ ਕਿ ਇੱਕ ਤਰ੍ਹਾਂ ਦੇ ਨਹੀਂ, ਕਈ ਤਰ੍ਹਾਂ ਦੇ ਔਰ ਕਈ ਫਰੰਟਸ 'ਤੇ ਯੁੱਧ ਲੜੇ ਜਾ ਰਹੇ ਨੇ। ਠੀਕ ਹੈ। ਅਤੇ ਪਿਆਰੇ ਬੱਚਿਓ, ਅੱਜ ਕੱਲ੍ਹ ਜਿਹੜਾ ਹੈ ਇੱਕ ਦੇਸ਼ ਦੂਜੇ ਦੇਸ਼ 'ਤੇ ਹੀ ਹਮਲਾ ਨਹੀਂ ਕਰਦਾ। ਅੱਜ ਕੱਲ੍ਹ ਇੱਕ ਦੇਸ਼ ਦੇ ਅੰਦਰੂਨੀ ਜਿਹੜੇ ਨੇ ਕਲਹ ਨੇ, ਅੰਦਰੂਨੀ ਯੁੱਧ ਨੇ, ਜਿਨ੍ਹਾਂ ਲੋਕਾਂ ਨੂੰ ਪੂਰੇ ਅਧਿਕਾਰ ਨਹੀਂ ਮਿਲੇ ਜਾਂ ਉਹ ਸੋਚਦੇ ਨੇ ਕਿ ਸਾਡਾ ਸ਼ੋਸ਼ਣ ਹੋਇਆ ਹੈ ਸਾਡੇ ਹੀ ਦੇਸ਼ ਦੇ ਦੂਜੇ ਵਰਗ ਦੁਆਰਾ, ਦੂਜੀ ਜਾਤ ਬਰਾਦਰੀ ਦੁਆਰਾ, ਉਹ ਹਥਿਆਰ ਚੱਕ ਲੈਂਦੇ ਹਨ ਅਤੇ ਇਸ ਤਰੀਕੇ ਨਾਲ ਅੰਦਰੂਨੀ ਯੁੱਧ ਪੈਦਾ ਹੁੰਦੇ ਹਨ। ਔਰ ਉਹਨਾਂ ਨੇ ਦੱਸਿਆ ਹੈ ਕਿ ਅੰਦਰੂਨੀ ਯੁੱਧਾਂ ਕਰਕੇ ਪਿਛਲੇ ਦਹਾਕੇ ਵਿੱਚ ਕੋਈ 50 ਲੱਖ ਲੋਕਾਂ ਨੂੰ ਆਪਣੀ ਜਾਨਾਂ ਗਵਾਉਣੀਆਂ ਪਈਆਂ, ਜਿਹੜਾ ਕਿ ਬਹੁਤ ਹੀ ਗਲਤ ਹੈ। ਸਾਨੂੰ ਇਹਨਾਂ ਝਗੜਿਆਂ ਨੂੰ ਬਿਲਕੁਲ ਹੀ ਪੈਦਾ ਹੋਣ ਤੋਂ ਰੋਕਣਾ ਚਾਹੀਦਾ ਹੈ। ਅਤੇ ਅਸੀਂ ਰੋਕ ਕਿਸ ਤਰ੍ਹਾਂ ਸਕਦੇ ਹਾਂ? ਜਦੋਂ ਅਸੀਂ ਇਕੁਐਲਿਟੀ ਲੈ ਆਵਾਂਗੇ, ਜਦੋਂ ਅਸੀਂ ਜਿਹੜੀ ਹੈ ਹਰ ਚੀਜ਼ ਦੀ ਵੰਡ ਨਿਆਂ ਸੰਗਤ ਕਰਾਂਗੇ। ਇਸ ਦੇ ਬਾਰੇ 'ਚ ਉਹਨਾਂ ਨੇ ਕਿਹਾ ਹੈ। ਤੀਜੀ ਮੌਲਿਕ ਸੁਤੰਤਰਤਾ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਬਾਰੇ ਵਿੱਚ ਸਾਡੇ ਜਿਹੜਾ ਹੈ UN ਦੇ ਵਿੱਚ ਦੇ ਚਾਰਟਰ ਦੇ ਵਿੱਚ, ਜਾਂ ਉਸ ਵਕਤ ਜਦੋਂ ਇਹਨੂੰ ਸਥਾਪਨਾ ਕੀਤੀ ਗਈ ਸੀ 1945 ਦੇ ਵਿੱਚ, ਕੋਈ ਜਗ੍ਹਾ ਨਹੀਂ ਦਿੱਤੀ ਗਈ ਸੀ, ਕਿਉਂਕਿ ਉਸ ਵੇਲੇ ਉਹ ਸਮੱਸਿਆ ਨਹੀਂ ਸੀ। ਉਹ ਪੋਲਿਊਸ਼ਨ ਦੀ ਸਮੱਸਿਆ ਹੈ, ਉਹ ਐਨਵਾਇਰਮੈਂਟ ਹੈਜ਼ਾਰਡ ਦੀ ਸਮੱਸਿਆ ਹੈ। ਇਸ ਗ੍ਰਹਿ ਉੱਪਰ ਜ਼ਿੰਦਗੀ ਨੂੰ ਵਧੀਆ ਬਣਾਏ ਰੱਖਣ ਦੀ ਸਮੱਸਿਆ ਹੈ। ਅਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਪਣੇ ਵਸੀਲਿਆਂ ਨੂੰ ਲੁੱਟਣਾ ਨਹੀਂ ਚਾਹੀਦਾ। ਅਸੀਂ ਜਿਹੜਾ ਹੈ ਧਰਤੀ ਦੇ ਜਿਹੜੇ ਪਦਾਰਥ ਨੇ, ਮਿਨਰਲਸ ਨੇ, ਆਇਲਸ ਹੈ, ਇਹਨਾਂ ਚੀਜ਼ਾਂ ਦੀ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਵਰਤੋਂ ਹੀ ਨਹੀਂ ਕੀਤੀ, ਦੁਵਰਤੋਂ ਕੀਤੀ ਹੈ, ਕੁਵਰਤੋਂ ਕੀਤੀ ਹੈ। ਅਤੇ ਅਸੀਂ ਜਿਹੜਾ ਹੈ ਵੀ ਹੈਵ ਪਲੰਡਰਡ, ਕੀ ਕਹਿੰਦੇ ਨੇ ਉਹ, I should say we are plundering our children's heritage to pay for our present unsustainable practices। ਕੀ ਕਹਿੰਦੇ ਨੇ ਉਹ ਕਿ ਸਾਡੀਆਂ ਆਦਤਾਂ ਅਜਿਹੀਆਂ ਬਣ ਗਈਆਂ ਹਨ ਕਿ ਅਸੀਂ ਆਪਣੇ ਬੱਚਿਆਂ ਦੀ ਵਿਰਾਸਤ ਨੂੰ ਲੁੱਟ ਰਹੇ ਹਾਂ। ਜੋ ਅਸੀਂ ਬੱਚਿਆਂ ਨੂੰ ਦੇਣਾ ਹੈ ਉਹੀ ਜਿਹੜਾ ਹੈ ਅਸੀਂ ਲੁੱਟ ਰਹੇ ਹਾਂ। ਸੱਚ ਕਹਿੰਦੇ ਨੇ ਬੱਚਿਓ ਕਿ ਜਿਹੜੀ ਇਹ ਧਰਤੀ ਹੈ ਸਾਡੀਆਂ ਜ਼ਰੂਰਤਾਂ ਤਾਂ ਪੂਰੀਆਂ ਕਰੇਗੀ, ਕਿਉਂਕਿ ਅਸੀਂ ਧਰਤੀ ਮਾਂ ਕਹਿੰਦੇ ਹਾਂ। ਠੀਕ ਹੈ। ਅਤੇ ਸਾਡੇ ਗ੍ਰੰਥਾਂ ਵਿੱਚ ਵੀ ਲਿਖਿਆ ਹੈ ਧਰਤ ਮਾਂ, ਗਗਨ ਪਿਤਾ। ਠੀਕ ਹੈ। ਅਤੇ ਅਸੀਂ ਜਿਹੜਾ ਹੈ ਜੇਕਰ ਇਫ ਯੂ ਲਿਵ ਅਪ ਟੂ ਆਵਰ ਨੀਡਸ, not up to our desires, our lust, ਹਾਂਜੀ, and our unsurmountable desires, ਅਤੇ ਕੋਈ ਐਸੀ ਗੱਲ ਨਹੀਂ ਕਿ ਇਹ ਧਰਤੀ ਜਿਹੜੀ ਹੈ ਸਾਡੀਆਂ ਜ਼ਰੂਰਤਾਂ ਪੂਰੀਆਂ ਵੀ ਨਾ ਕਰੇ ਅਤੇ ਅਸੀਂ ਇੱਕ ਅੱਛੀ ਧਰਤੀ ਵਿਰਾਸਤ ਦੇ ਵਿੱਚ ਆਪਣੇ ਬੱਚਿਆਂ ਨੂੰ ਨਾ ਦੇ ਪਾਈਏ। ਪਿਆਰੇ ਬੱਚਿਓ, ਇਹਨਾਂ ਗੱਲਾਂ ਦੇ ਨਾਲ ਹੀ ਇਹ ਉਹਨਾਂ ਨੇ ਜਿਹੜਾ ਹੈ ਇਸ ਦਾ ਨੂੰ ਖ਼ਤਮ ਕੀਤਾ ਹੈ, ਲੈਸਨ ਨੂੰ, ਆਪਣੇ ਲੈਕਚਰ ਨੂੰ ਖ਼ਤਮ ਕੀਤਾ ਹੈ। ਇਹ ਲੈਸਨ ਪੜ੍ਹਨ ਤੋਂ ਬਾਅਦ ਸਾਡੇ ਵਿੱਚ ਇੱਕ ਚੇਤਨਾ ਜਾਗਣੀ ਚਾਹੀਦੀ ਹੈ, ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ। ਸਾਨੂੰ ਜਿਸ ਤਰ੍ਹਾਂ ਕਿ
ਲੈਸਨ ਦੀ ਸ਼ੁਰੂਆਤ ਹੋਈ ਸੀ ਕਿ ਗਲੋਬਲਾਈਜੇਸ਼ਨ ਵੱਲ ਸੋਚਣਾ ਚਾਹੀਦਾ ਹੈ, ਉਸ ਲਈ ਕੰਮ ਕਰਨਾ ਚਾਹੀਦਾ ਹੈ, ਧਰਤੀ ਚੰਗੀ ਬਣੀ ਰਹੇ ਇਸ ਲਈ ਇੱਕ ਆਮ ਨਾਗਰਿਕ ਜਾਂ ਬੱਚੇ ਕਹਿੰਦੇ ਨੇ ਅਸੀਂ ਕੀ ਕਰ ਸਕਦੇ ਹਾਂ, ਅਤੇ ਇੱਕ ਪਾਲਿਸੀ ਬਣਾਓ ਤੁਸੀਂ ਬੱਚਿਓ, ਲਿਵ ਅਪ ਟੂ ਯੂਅਰ ਨੀਡਸ, ਬਲਕਿ ਆਪਣੀ ਜ਼ਰੂਰਤ ਨਾਲੋਂ ਵੀ ਇੱਕ ਸਤਰ ਥੱਲੇ ਤੱਕ ਚੀਜ਼ਾਂ ਦਾ ਇਸਤੇਮਾਲ ਕਰੋ। ਜੇਕਰ ਤੁਸੀਂ 5 ਪੈਂਟਾਂ ਦੇ ਨਾਲ ਗੁਜ਼ਾਰਾ ਕਰ ਸਕਦੇ ਹੋ ਅਤੇ 3 ਹੀ ਪੈਂਟਸ ਦੇ ਨਾਲ ਗੁਜ਼ਾਰਾ ਕਰੋ। ਫਿਰ ਕੀ ਹੈ ਕਿ ਜੋ ਵੀ ਚੀਜ਼ ਅਸੀਂ ਇਸਤੇਮਾਲ ਕਰਦੇ ਹਾਂ ਉਸ ਦੇ ਵਿੱਚ 3 ਪ੍ਰਿੰਸੀਪਲਸ ਰੱਖੋ, ਯੂਜ਼, ਰੀਯੂਜ਼ ਐਂਡ ਰੀਸਾਈਕਲ। ਇਸਤੇਮਾਲ ਕਰੋ, ਫਿਰ ਦੁਬਾਰਾ ਉਸ ਨੂੰ ਮੋਡੀਫਾਈ ਕਰਕੇ ਇਸਤੇਮਾਲ ਕਰ ਲਓ, ਫਿਰ ਉਸ ਤੋਂ ਬਾਅਦ ਉਹਨੂੰ ਰੀਸਾਈਕਲ ਲਈ ਭੇਜ ਦਿਓ ਕਿ ਉਸ ਨੂੰ ਦੁਬਾਰਾ ਜਿਹੜਾ ਹੈ ਇਸਤੇਮਾਲ ਕਰਨ ਲਈ ਅਸੀਂ ਯੂਜ਼ ਕਰ ਸਕੀਏ। ਵਾਕਈ ਜਿਸ ਤਰੀਕੇ ਨਾਲ ਕਾਫੀ ਆਨੰਦ ਸਾਹਿਬ ਨੇ ਕਿਹਾ ਹੈ ਕਿ ਸਾਨੂੰ ਜਿਹੜਾ ਹੈ ਵੀ ਨੀਡ ਏ ਨਿਊ ਐਥਿਕਸ, ਸਾਨੂੰ ਇੱਕ ਨਈ ਸੋਚ ਨੂੰ ਜਾਗਰਤ ਕਰਨਾ ਪਏਗਾ। ਕੀ ਕਹਿੰਦਾ ਹੈ? ਨੀਡ ਆਫ ਏ ਨਿਊ ਐਥਿਕਸ। ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ।